ਹੈਲੋ ਡੀਅਰ ਸਟੂਡੈਂਟਸ, ਵੈਲਕਮ ਟੂ ਆਨਲਾਈਨ ਕਲਾਸ। ਅੱਜ ਆਪਾਂ ਕਰ ਰਹੇ ਹਾਂ 8ਵੀਂ ਕਲਾਸ ਦਾ 20ਵਾਂ ਪਾਠ, ਕੌਣ ਕਦੇ ਰੁਕਿਆ ਹੈ। ਤਾਂ ਪਹਿਲਾਂ ਤੁਸੀਂ ਇਹ ਜਿਹੜੇ ਸ਼ਬਦ ਅਰਥ ਲਿਖ ਲਓਗੇ, ਫਿਰ ਆਪਾਂ ਕਰਾਂਗੇ ਪ੍ਰਸੰਗ ਸਹਿਤ ਵਿਆਖਿਆ। ਵਤਨ ਮੇਰੇ ਦੀ ਮਿੱਟੀ ਤੇ ਸੀ ਜਦ ਗੋਰਾ ਪਰਛਾਵਾਂ, ਰੁੱਖ ਬਗਾਨੇ ਜਾਪਣ ਲੱਗੇ ਤੇ ਮਤਰਈਆਂ ਛਾਵਾਂ। ਧੁੱਪ ਤਾਂ ਆਖਰ ਧੁੱਪ ਹੁੰਦੀ ਏ, ਸਭ ਨੂੰ ਲੱਗਣ ਲੱਗੀ। ਹਰ ਕੋਈ ਸੋਚਣ ਲੱਗਾ, ਇਹੋ ਹੁਣ ਕਿੱਧਰ ਨੂੰ ਜਾਵਾਂ। ਨਾ ਇਹ ਮੇਰੀ ਮਿੱਟੀ ਆਪਣੀ, ਨਾ ਮੇਰਾ ਘਰ ਆਪਣਾ, ਕਿਸੇ ਬਗਾਨੇ ਆ ਕੇ ਮੱਲਿਆ ਜੱਦੀ ਪੁਸ਼ਤੀ ਥਾਵਾਂ। ਤਾਂ ਪਹਿਲਾਂ ਆਪਾਂ ਸਮਝਾਂਗੇ ਪ੍ਰਸੰਗ। ਇਹ ਕਾਵਿ ਸਤਰਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ ਕਵਿਤਾ ਕੌਣ ਕਦੇ ਰੁਕਿਆ ਹੈ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਦੇ ਰਚਨਾਕਾਰ ਪ੍ਰੋਫੈਸਰ ਜੋਗਾ ਸਿੰਘ ਹਨ। ਇਸ ਵਿੱਚ ਕਵੀ ਨੇ ਅੰਗਰੇਜ਼ਾਂ ਦੇ ਰਾਜ ਸਮੇਂ ਭਾਰਤ ਦੀ ਦੁਰਦਸ਼ਾ ਦਾ ਜ਼ਿਕਰ ਕੀਤਾ ਹੈ। ਵਿਆਖਿਆ। ਕਵੀ ਕਹਿੰਦਾ ਹੈ ਕਿ ਜਦੋਂ ਮੇਰੇ ਭਾਰਤ ਦੇਸ਼ 'ਤੇ ਅੰਗਰੇਜ਼ਾਂ ਦਾ ਰਾਜ ਅਧਿਕਾਰ ਸੀ, ਉਸ ਸਮੇਂ ਦੇਸ਼ ਦੇ ਰੁੱਖ ਵੀ ਬਗਾਨੇ ਲੱਗ ਰਹੇ ਸਨ। ਗੁਲਾਮੀ ਦੀ ਧੁੱਪ ਆਖਰ ਸਭ ਨੂੰ ਲੱਗ ਰਹੀ ਸੀ। ਹਰ ਕੋਈ ਇਹ ਮਹਿਸੂਸ ਕਰ ਰਿਹਾ ਸੀ ਕਿ ਹੁਣ ਕਿੱਧਰ ਨੂੰ ਜਾਇਆ ਜਾਏ। ਉਹਨਾਂ ਨੂੰ ਆਪਣੇ ਵਤਨ ਦੀ ਮਿੱਟੀ ਆਪਣੀ ਨਹੀਂ ਲੱਗ ਰਹੀ ਸੀ ਤੇ ਨਾ ਹੀ ਉਹਨਾਂ ਨੂੰ ਇਹ ਘਰ ਆਪਣੇ ਲੱਗ ਰਹੇ ਸਨ। ਅੰਗਰੇਜ਼ ਲੋਕਾਂ ਨੇ ਆ ਕੇ ਸਾਡੀ ਖਾਨਦਾਨੀਆਂ ਥਾਵਾਂ 'ਤੇ ਕਬਜ਼ਾ ਕਰ ਲਿਆ ਸੀ। ਹੁਣ ਕਰਦੇ ਹਾਂ ਦੂਜੀ। ਨਾ ਇੱਧਰ ਨਾ ਉੱਧਰ ਦਾ ਮੈਂ, ਨਾ ਕੋਈ ਥਾਂ ਟਿਕਾਣਾ, ਮੌਤੋਂ ਵੱਡੀ ਗੱਲ ਹੋਵੇ ਜਦ ਗੁੰਮ ਜਾਵੇ ਸਰਨਾਮਾ। ਕੀ ਉਹਨਾਂ ਦਾ ਜੀਣਾ ਵੇ ਲੋਕੋ, ਜੋ ਹੱਥ ਅੱਡੀ ਫਿਰਦੇ, ਪੇਟ ਜਿਨ੍ਹਾਂ ਦੇ ਖਾਲੀ ਖਾਲੀ, ਟੁੱਕ ਖੋ ਲਏ ਕਾਵਾਂ। ਇੱਦਾਂ ਦੀ ਹਾਲਤ ਵਿੱਚ ਫਿਰ ਕੁਝ ਸਿਰ ਲੱਥ ਅੱਗੇ ਆਏ, ਆਖਣ ਲੱਗੇ ਰੁੱਖ ਵੀ ਸਾਡੀਆਂ ਹੀ ਨੇ ਛਾਵਾਂ। ਤਾਂ ਆਪਣਾ ਜਿਹੜਾ ਪ੍ਰਸੰਗ ਹੈ ਉਹ ਉਸੇ ਤਰ੍ਹਾਂ ਹੀ ਹੈ। ਵਿਆਖਿਆ ਆਪਾਂ ਸਮਝਾਂਗੇ। ਕਵੀ ਕਹਿੰਦਾ ਹੈ ਕਿ ਅੰਗਰੇਜ਼ਾਂ ਦਾ ਅਧਿਕਾਰ ਹੋ ਜਾਣ ਦੇ ਕਾਰਨ ਕੋਈ ਇਹ ਸੋਚ ਰਿਹਾ ਸੀ ਕਿ ਸਾਡਾ ਕੋਈ ਵੀ ਟਿਕਾਣਾ ਨਹੀਂ, ਅਤੇ ਨਾ ਹੀ ਅਸੀਂ ਇੱਧਰ ਦੇ ਹਾਂ ਅਤੇ ਨਾ ਹੀ ਅਸੀਂ ਉੱਧਰ ਦੇ ਹਾਂ। ਜਦੋਂ ਕਿਸੇ ਦੀ ਪਛਾਣ ਖਤਮ ਹੋ ਜਾਂਦੀ ਹੈ ਤਾਂ ਉਸ ਲਈ ਇਹ ਗੱਲ ਮੌਤ ਤੋਂ ਵੀ ਵੱਡੀ ਹੋ ਜਾਂਦੀ ਹੈ। ਅਜਿਹੇ ਲੋਕਾਂ ਦਾ ਕੀ ਜ਼ਿੰਦਗੀ ਹੁੰਦੀ ਹੈ ਜੋ ਦੂਸਰਿਆਂ ਅੱਗੇ ਹੱਥ ਅੱਡੀ ਫਿਰਦੇ ਰਹਿੰਦੇ ਹਨ। ਭਾਵ ਅੰਗਰੇਜ਼ਾਂ ਦੇ ਰਾਜ ਵਿੱਚ ਅੰਗਰੇਜ਼ਾਂ ਅੱਗੇ ਹੱਥ ਅੱਡਣਾ। ਉਹਨਾਂ ਦੇ ਪੇਟ ਖਾਲੀ ਹਨ, ਜਿਨ੍ਹਾਂ ਤੋਂ ਅੰਗਰੇਜ਼ ਜਿਹੇ ਕਾਵਾਂ ਨੂੰ ਰੋਟੀ ਦੇ ਟੁਕੜੇ ਨੂੰ ਖੋਹ ਲਿਆ ਹੈ। ਭਾਰਤ ਦੀ ਅਜਿਹੀ ਹਾਲਤ ਦੇਖ ਕੇ ਕੁਝ ਜਵਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੜਨ ਲਈ ਅੱਗੇ ਆਏ। ਇਸ ਭਾਰਤ ਦੇਸ਼ ਦੀ ਹਰ ਚੀਜ਼ ਸਾਡੀ ਹੈ ਅਤੇ ਇੱਥੋਂ ਦੇ ਜੋ ਰੁੱਖ ਹੈ ਉਹ ਵੀ ਸਾਡੇ ਹਨ, ਅਤੇ ਉਹਨਾਂ ਦੀਆਂ ਛਾਵਾਂ ਵੀ ਸਾਡੀਆਂ ਹਨ। ਇਹ ਸੀ ਆਪਣੀ ਦੂਜੀ ਵਿਆਖਿਆ। ਤੀਜੀ ਹੈ, ਕਈ ਕਰੋੜਾਂ ਉੱਠ ਤੁਰੇ ਫਿਰ ਉਸੇ ਪਰਛਾਵੇਂ ਪਿੱਛੇ,
ਅਸੀਂ ਦੇਸ਼ ਦੇ ਦੇਸ਼ ਸਾਡਾ ਸਭ ਦਾ ਇੱਕ ਸਰਨਾਮਾ। ਮੈਂ ਵੀ ਸਾਂ ਤੂੰ ਵੀ ਸੈਂ, ਇਹ ਵੀ ਤੇ ਉਹ ਵੀ ਸੀ ਤਾਂ ਪਹਿਨ ਬਸੰਤੀ ਚੋਲਾ। ਉੱਭਰਨ ਲੱਗਿਆ ਬਾਹਾਂ ਤੁਸੀਂ ਸਿਆਣੇ ਸਭ ਕੁਝ ਜਾਣੋ ਕੀ ਕੁਝ ਅੱਗੇ ਹੋਇਆ। ਕੌਣ ਕਦੇ ਰੁਕਿਆ ਹੈ ਸਾਵੇਂ ਸੁਦੀਆਂ ਦਰਿਆਵਾਂ। ਵਿਆਖਿਆ ਕਵੀ ਕਹਿੰਦਾ ਹੈ ਕਿ ਦੇਸ਼ ਦੀ ਆਜ਼ਾਦੀ ਲਈ ਕਰੋੜਾਂ ਦੀ ਗਿਣਤੀ ਵਿੱਚ ਲੋਕ ਇਸ ਪਰਛਾਵੇਂ ਪਿੱਛੇ ਚੱਲ ਪਏ ਸਨ। ਸਭ ਦੀ ਇੱਕ ਹੀ ਪਛਾਣ ਸੀ ਕਿ ਭਾਰਤ ਦੇਸ਼ ਸਾਡਾ ਹੈ, ਅਸੀਂ ਭਾਰਤ ਦੇ ਵਾਸੀ ਹਾਂ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਮੇਰੇ ਨਾਲ ਸਾਰੇ ਹੀ ਅੱਗੇ ਵਧ ਕੇ ਆ ਰਹੇ ਸਨ। ਬਸੰਤੀ ਚੋਲਾ ਪਹਿਨ ਕੇ ਤੇ ਆਜ਼ਾਦੀ ਦੇ ਲਈ ਬਹੁਤ ਸਾਰੀਆਂ ਬਾਹਾਂ ਅੱਗੇ ਆਉਣ ਲੱਗੀਆਂ। ਤੁਸੀਂ ਸਭ ਸਮਝਦਾਰ ਹੋ ਕਿ ਦੇਸ਼ ਦੀ ਆਜ਼ਾਦੀ ਲਈ ਕੀ ਕੁਝ ਹੋਇਆ ਸੀ। ਇਸ ਏਕਤਾ ਦੀ ਤਾਕਤ ਅੱਗੇ ਅੰਗਰੇਜ਼ਾਂ ਨੂੰ ਝੁਕਣਾ ਪਿਆ। ਜਿਸ ਤਰ੍ਹਾਂ ਸੂਕਦਿਆਂ ਦਰਿਆਵਾਂ ਸਾਹਮਣੇ ਕੋਈ ਰੁਕ ਨਹੀਂ ਸਕਦਾ, ਅਖੀਰ ਭਾਰਤ ਦੇਸ਼ ਆਜ਼ਾਦ ਹੋ ਗਿਆ। ਤਾਂ ਇਹ ਸੀ ਆਪਣੀ ਕਵਿਤਾ, ਜਿਸ ਦਾ ਤੁਸੀਂ ਧਿਆਨ ਨਾਲ ਸੁਣਿਆ ਹੋਊਗਾ। ਹੁਣ ਗੱਲ ਕਰਦੇ ਹਾਂ ਆਪਾਂ ਪ੍ਰਸ਼ਨ ਉੱਤਰਾਂ ਦੀ। ਪ੍ਰਸ਼ਨ, ਕਵਿਤਾ ਅਨੁਸਾਰ ਵਰਤ ਦੇ ਕਿਸ ਭਾਰਤ ਦੇ ਤੇ ਕਿਸ ਪਰਛਾਵਾਂ ਸੀ। ਕਿਸ ਦਾ ਪਰਛਾਵਾਂ ਸੀ? ਗੋਰਿਆਂ ਦਾ। ਕਿਸ ਦਾ ਸੀ? ਗੋਰਿਆਂ ਦਾ। ਕਿੰਨਾਂ ਲੋਕਾਂ ਨੂੰ ਜਿਉਣਾ ਮੁਹਾਲ ਹੈ? ਕਿੰਨਾਂ ਲੋਕਾਂ ਨੂੰ? ਜੋ ਖਾਲੀ ਪੇਟ ਵਾਲਿਆਂ ਨੂੰ ਜੀਣਾ ਔਖਾ ਹੈ। ਕਿਸ ਰੰਗ ਦੇ ਚੋਲੇ ਪਹਿਨੇ ਜਾਣ ਲੱਗੇ? ਬਸੰਤੀ ਰੰਗ ਦੇ। ਕਿੰਨੇ ਲੋਕ ਉਸ ਪਰਛਾਵੇਂ ਪਿੱਛੇ ਤੁਰੇ? ਕਰੋੜਾਂ। ਅਗਲਾ ਪ੍ਰਸ਼ਨ ਹੈ, ਸਾਡਾ ਵਤਨ ਕਿਹੜਾ ਹੈ? ਸਾਡਾ ਵਤਨ ਭਾਰਤ ਹੈ। ਗੋਰਾ ਪਰਛਾਵਾਂ ਕਿਹਨਾਂ ਲੋਕਾਂ ਲਈ ਵਰਤਿਆ ਗਿਆ ਹੈ? ਅੰਗਰੇਜ਼ਾਂ ਦੇ ਲਈ। ਸਾਡੀ ਜੱਦੀ ਪੁਸ਼ਤੀ ਥਾਵਾਂ ਕਿਸ ਨੇ ਮੱਲ ਲਈਆਂ ਸਨ? ਬਗਾਨੇ ਲੋਕਾਂ ਨੇ। ਮੌਤ ਵੱਡੀ ਗੱਲ ਕਿਸ ਤੋਂ ਦੇ ਗੁੰਮ ਜਾਣ ਨਾਲ ਹੁੰਦੀ ਹੈ? ਸਰਨਾਵੇਂ ਨਾਲ। ਸਿਰ ਲੱਥ ਸ਼ਬਦ ਕਿਹਨਾਂ ਬਾਰੇ ਵਰਤਿਆ ਗਿਆ ਹੈ? ਦੇਸ਼ ਭਗਤਾਂ ਦੇ ਲਈ ਇਹ ਸ਼ਬਦ ਵਰਤਿਆ ਗਿਆ ਹੈ। ਵਤਨ, ਹੇਠ ਲਿਖੇ ਸ਼ਬਦਾਂ ਦੇ ਵਾਕ ਬਣਾਉਣੇ ਹੈ। ਵਤਨ, ਭਾਰਤ ਮੇਰਾ ਵਤਨ ਹੈ। ਸਰਨਾਮਾ, ਭਾਰਤ ਦੇ ਲੋਕਾਂ ਦਾ ਇੱਕੋ ਸਰਨਾਮਾ ਹੈ। ਸਿਆਣੇ, ਪਰਛਾਵਾਂ, ਤੀਜਾ ਹੈ ਪਰਛਾਵੇਂ। ਦੁਪਹਿਰ ਤੋਂ ਪਿੱਛੋਂ ਪਰਛਾਵਾਂ ਢਲ ਜਾਂਦਾ ਹੈ। ਸਿਆਣੇ, ਅਸੀਂ ਚੰਗੇ ਕੰਮ ਕਰਾਂਗੇ ਤਾਂ ਹੀ ਸਾਨੂੰ ਸਭ ਸਿਆਣੇ ਕਹਿਣਗੇ। ਦਰਿਆਵਾਂ, ਸ਼ੂਕਦੇ ਦਰਿਆਵਾਂ ਅੱਗੇ ਕੋਈ ਨਹੀਂ ਟਿਕ ਸਕਦਾ। ਹੇਠ ਦਿੱਤੀ ਉਦਾਹਰਨ ਨੂੰ ਦੇਖ ਕੇ ਇੱਕੋ ਜਿਹੀ ਲੈਅ ਵਾਲੇ ਸ਼ਬਦ ਲਿਖੋ, ਜਿਵੇਂ ਜਾਵਾਂ, ਆਵਾਂ, ਦੇਸ਼, ਪ੍ਰਦੇਸ਼, ਸਿਆਣੇ, ਨਿਆਣੇ, ਇਸ ਤਰ੍ਹਾਂ ਦੇ ਸ਼ਬਦ ਲਿਖੀਏ। ਇਹਨਾਂ ਨਾਲ ਤੁਸੀਂ ਲਿਖਣਾ ਹੈ। ਹਰ ਕੋਈ ਸੋਚਣ ਲੱਗਾ, ਇਹ ਹੁਣ ਕਿੱਧਰ ਨੂੰ ਮੈਂ ਜਾਵਾਂ। ਨਾ ਇਹ ਮੇਰੀ ਮਿੱਟੀ ਆਪਣੀ, ਨਾ ਮੇਰਾ ਘਰ ਆਪਣਾ। ਕਿਸੇ ਬਗਾਨੇ ਨੂੰ ਆ ਕੇ ਮਿਲੀਏ, ਜੱਦੀ ਪੁਸ਼ਤੀ ਥਾਵਾਂ। ਕਿਸੇ ਬਗਾਨੇ ਨੇ ਆ ਕੇ ਮੱਲੀ ਜੱਦੀ ਪੁਸ਼ਤੀ ਥਾਵਾਂ। ਵਾਕ ਵਿੱਚ ਜਿਹੜੇ ਥੱਲੇ ਵਾਕ ਦਿੱਤੇ ਇਹਨਾਂ ਦੇ ਵੀ ਨਾਮ ਸ਼ਬਦ ਚੁਣਨੇ, ਵੀ ਨਾਮ ਕਿਸ ਨੂੰ ਕਿਹਾ ਜਾਂਦਾ ਹੈ। ਨਾਮ ਸ਼ਬਦ ਕਿਸ ਨੂੰ ਕਿਹਾ ਹੈ? ਜਿਵੇਂ ਰੁੱਖ ਕੀ ਹੈ? ਰੁੱਖ ਦਾ ਨਾਮ ਹੈ। ਛਾਂ, ਇਹ ਕੀ ਹੈ? ਭਾਵਵਾਚਕ ਨਾਮ ਹੈ। ਪੇਟ, ਜਿਹੜੀ ਟੁੱਕਰ, ਕਾਵਾਂ, ਦੇਸ਼, ਸਰਨਾਵਾਂ, ਦਰਿਆ। ਤਾਂ ਇਹ ਕੀ ਹਨ? ਪਹਿਲੇ ਜੇ ਦੱਸਿਆ ਜਿਹੜੇ ਚਾਰ ਹੈ, ਚਾਰਾਂ ਦੇ ਵਿੱਚੋਂ ਨਾਮ ਦੱਸੇ ਗਏ ਹਨ। ਤਾਂ ਇਹ ਸੀ ਆਪਣਾ ਅੱਜ ਦਾ
20ਵਾਂ ਪਾਠ 8ਵੀਂ ਕਲਾਸ ਦਾ ਜੋ ਪੂਰਾ ਹੁੰਦਾ ਹੈ। ਅਗਲੀ ਵੀਡੀਓ ਦੇ ਵਿੱਚ ਆਪਾਂ ਨਵਾਂ ਲੈਸਨ ਕਰਾਂਗੇ। ਓਨੇ ਸਮੇਂ ਦੇ ਵਿੱਚ ਤੁਸੀਂ ਇਸ ਲੈਸਨ ਨੂੰ ਧਿਆਨ ਨਾਲ ਨੋਟ ਕਰਨਾ, ਸੁਣਨਾ ਅਤੇ ਸਮਝਣਾ। ਧੰਨਵਾਦ।